ਸਾਡਾ ਸਾਰੇ ਹੀ ਪੱਤਰਕਾਰ ਵੀਰਾਂ ਦਾ ਧੰਨਵਾਦ ਹੈ। ਪਰ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਜੋ ਮੈਟਰ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ, ਅੰਮ੍ਰਿਤਸਰ ਦੇ ਮੀਡੀਆ ਨੇ ਤਾਂ ਕੇਵਲ ਸੁਣਿਆ ਹੋਣਾ, ਪਰ ਜੋ ਕੁਛ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ ਨੂੰ ਲੈ ਕੇ 2 ਫਰਵਰੀ ਨੂੰ ਨਾਮਜ਼ਦਗੀਆਂ ਜਮ੍ਹਾਂ ਕਰਾਉਣ ਦੇ ਸਮੇਂ ਜਿਸ ਤਰ੍ਹਾਂ ਦੀ ਗੁੰਡਾਗਰਦੀ ਕਾਂਗਰਸੀਆਂ ਵੱਲੋਂ ਕੀਤੀ ਗਈ, ਪਤਾ ਨਹੀਂ ਕਿਤੇ ਯੂਪੀ ਬਿਹਾਰ ਦੇ ਵਿੱਚ ਵੀ ਅਜਿਹੀ ਕਦੀ ਘਟਨਾ ਵਾਪਰੀ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ। ਪਰ ਮੇਰੀ ਜ਼ਿੰਦਗੀ ਮੈਂ 58 ਸਾਲ ਪਾਰ ਕਰ ਗਿਆ, ਮੈਂ ਪੰਜਾਬ ਦੀ ਧਰਤੀ ਤੇ ਦੇਖੀ ਤੇ ਕਿਧਰੇ ਰਹਿ ਗਈ, ਕਦੇ ਸੁਣੀ ਵੀ ਨਹੀਂ। ਔਰ 2 ਫਰਵਰੀ ਨਾਮਜ਼ਦਗੀਆਂ ਜਮ੍ਹਾਂ ਕਰਾਉਣ ਵਾਸਤੇ ਰਿਟਰਨਿੰਗ ਅਫਸਰ ਜਿਹੜੇ ਤਹਿਸੀਲਦਾਰ ਭਿੱਖੀਵਿੰਡ ਨੇ ਸਰਦਾਰ ਲਖਵਿੰਦਰ ਸਿੰਘ, ਉਹਨਾਂ ਨੇ ਸਾਨੂੰ ਸਮਾਂ ਦਿੱਤਾ ਸੀ ਕਿ 2 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਆਣ ਕੇ ਨਾਮਜ਼ਦਗੀਆਂ ਜਮ੍ਹਾਂ ਕਰਾ ਦੇਣ ਤੇ 3 ਤਰੀਕ ਉਹਨਾਂ ਨੇ ਕਾਂਗਰਸ ਉਮੀਦਵਾਰਾਂ ਵਾਸਤੇ ਨੀਅਤ ਕਰ ਦਿੱਤੀ ਸੀ। ਅਸੀਂ 2 ਤਰੀਕ ਨੂੰ ਆਪਦੀ ਤਿਆਰੀ ਕਰਕੇ ਨਾਮਜ਼ਦਗੀਆਂ ਜਮ੍ਹਾਂ ਕਰਾਉਣੀਆਂ ਸੀ। ਅਸੀਂ ਤਿਆਰੀ ਵੱਟ ਰਹੇ ਸੀ, 3 ਵਜੇ ਤੱਕ ਦਾ ਟਾਈਮ ਸੀ। ਇਹਦੇ ਦਰਮਿਆਨ ਪਤਾ ਲੱਗਾ ਕਿ ਬਾਹਰ ਕਾਂਗਰਸੀਆਂ ਦੀ ਬਹੁਤ ਵੱਡੀ ਭੀੜ ਜਿਹੜੀ ਆ ਹਥਿਆਰਬੰਦ ਹੋ ਕੇ ਬੈਠੀ ਹੈ ਤੇ ਉਹ ਸ਼ਰੇਆਮ ਕਹਿੰਦੇ ਆ ਕਿ ਕਿਹੜਾ ਮਾਂ ਦਾ ਲਾਲ ਹੈ ਜਿਹੜਾ ਜਾਣ ਕੇ ਕਾਗਜ਼ ਦਾਖਲ ਕਰਾਓ। ਅਜੇ ਅਸੀਂ ਇਸ ਮੁਤਲਕ ਵਿਚਾਰਾਂ ਕਰ ਹੀ ਰਹੇ ਸੀ ਕਿ ਵਿਚਾਰੇ ਆਮ ਆਦਮੀ ਪਾਰਟੀ ਵਾਲੇ ਵੀ ਆਪਦਾ ਉਹ ਡਰਾਮਾ ਜਿਹਾ ਵਿਚਾਰੇ, ਉਹਨਾਂ ਨੇ ਉਮੀਦਵਾਰ ਕੋਈ ਸੱਜਿਓਂ ਖੱਬਿਓਂ ਫੜ ਕੇ ਕੋਈ 2-4 ਉਹਨਾਂ ਖੜੇ ਕੀਤੇ ਸੀ, ਉਹਨਾਂ ਦੇ ਕਾਗਜ਼ ਕੂਗਜ਼ ਲੈ ਕੇ ਉਹ ਉੱਥੇ ਨਗਰ ਪੰਚਾਇਤ ਦੇ ਦਫ਼ਤਰ ਰਿਟਰਨਿੰਗ ਅਧਿਕਾਰੀ ਕੋਲੇ ਗਏ। ਉਹਦੇ ਕੋਲੇ ਪਹੁੰਚਣ ਨਹੀਂ ਦਿੱਤਾ, ਉੱਥੇ ਹੀ ਉਹਨਾਂ ਨੇ ਸੜਕ ਤੇ ਢਾਲੇ। ਉਹ ਕੁੱਟਮਾਰ ਕੀਤੀ, ਉਹਨੂੰ ਘੜੀਸਿਆ, ਉਹਦੇ ਗੋਡੇ ਗੱਡੇ ਸਭ ਉਹਦਾ ਸਭ ਕੁਝ ਛਿੱਲਤਾ ਤੇ ਪੱਗ ਪੁੱਗ ਦੀ ਲਾਤੀ ਤੇ ਸ਼ਰੇਆਮ ਗੁੰਡਾਗਰਦੀ ਚੱਲ ਰਹੀ ਸੜਕ ਤੇ ਪੁਲਿਸ ਜਿਹੜੀ ਮੁੱਖ ਦਰਸ਼ਕ ਬਣ ਕੇ ਖਲੋਤੀ। ਜਦੋਂ ਮੈਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਦੇ ਹਾਲਾਤ ਆ, ਕਾਂਗਰਸੀ ਲਲਕਾਰੇ ਮਾਰ ਰਹੇ, ਮੈਂ ਡੀਸੀ ਤਰਨਤਾਰਨ ਦੇ ਨਾਲ ਗੱਲ ਕੀਤੀ ਕਿ ਡੀਸੀ ਸਾਹਿਬ, ਇਹ ਚੋਣ ਪ੍ਰਕਿਰਿਆ ਆ, ਲੋਕਤੰਤਰ ਆ, ਤੁਹਾਡੀ ਜ਼ਿੰਮੇਵਾਰੀ ਬਣਦੀ ਆ, ਤੁਸੀਂ ਜ਼ਿਲ੍ਹੇ ਦੇ ਮੁੱਖ ਚੋਣ ਅਧਿਕਾਰੀ ਜੇ ਤੇ ਜ਼ਿਲ੍ਹੇ ਦੇ ਡੀਸੀ ਜੇ, ਪ੍ਰਸ਼ਾਸਨਿਕ ਅਧਿਕਾਰੀ ਵੀ ਜੇ, ਤੇ ਇਹਨੂੰ ਕੰਟਰੋਲ ਕਰੋ। ਮੈਂ ਸਾਰੀ ਸਿਚੁਏਸ਼ਨ ਉਹਨਾਂ ਨੂੰ ਬਰੀਫ ਕੀਤੀ। ਮੈਂ ਨਹੀਂ ਚਾਹੁੰਦਾ ਕਿ ਮੈਂ ਕਿਸੇ ਆਫੀਸਰ ਦੀ ਜਿਹੜੀ ਰਿਕਾਰਡਿੰਗ ਹੈ ਉਹ ਜਗ ਜ਼ਾਹਰ ਕਰਾਂ, ਪਰ ਜੇ ਸਮਾਂ ਆਉਣ ਤੇ ਲੋੜ ਪਈ ਤਾਂ ਮੈਂ ਉਹ ਜਗ ਜ਼ਾਹਰ ਵੀ ਕਰਾਂਗਾ। ਮੇਰੇ ਕੋਲ ਰਿਕਾਰਡਿੰਗ ਹੈ ਕਿ ਮੈਂ 12:32 ਤੇ ਡੀਸੀ ਤਰਨਤਾਰਨ ਸਰਦਾਰ ਕੁਲਵੰਤ ਸਿੰਘ ਦੇ ਨੋਟਿਸ ਦੇ ਵਿੱਚ ਇੱਕ ਸ਼ਬਦ, ਇੱਕ ਘਟਨਾ, ਇੱਕ ਵੇਰਵਾ ਜਿਹੜਾ ਲਿਆਣ ਦਿੱਤਾ ਕਿ ਕਾਂਗਰਸੀ ਜਿਹੜੇ ਗੁੰਡਾਗਰਦੀ ਤੇ ਤਾਰੂ ਨੇ, ਵੱਡੀ ਭੀੜ ਜਿਹੜੀ ਆ ਡਾਂਗਾਂ, ਦਾਤਰ, ਕਿਰਪਾਨਾਂ ਤੇ ਰਾਈਫਲਾਂ ਤੇ ਪਿਸਤੌਲ ਲੈ ਕੇ ਜਿਹੜੇ ਆ ਉਹ ਸ਼ਰੇਆਮ ਜਿਹੜੇ ਆ ਨਗਰ ਪੰਚਾਇਤ ਦੇ ਦਫ਼ਤਰ ਦੇ ਲਾਗੇ ਸੈਂਕੜਿਆਂ ਦੀ ਤਾਦਾਦ 'ਚ ਖੜੋਤੇ। ਮੈਨੂੰ ਕਹਿੰਦੇ ਜੀ ਅਸੀਂ ਕਰਦੇ। 12:35 ਤੇ ਮੈਂ ਗੱਲ ਕੀਤੀ ਆ ਐਸਐਸਪੀ ਤਰਨਤਾਰਨ ਦੇ। ਉਹ ਫੋਨ ਮੇਰਾ ਗਿਆ ਆ, ਉਹ ਸ਼ਾਇਦ ਚੁੱਕ ਨਹੀਂ ਸਕੇ। 1 ਮਿੰਟ ਬਾਅਦ ਹੀ ਐਸਐਸਪੀ ਸਾਹਿਬ ਕਦੀ ਮੈਨੂੰ ਬੈਕ ਕਾਲ ਆ ਗਈ, ਉਹਨਾਂ ਦੀ ਕਾਲ ਆਈ ਹੈ। 12:36 ਤੇ ਮੈਂ ਐਸਐਸਪੀ ਤਰਨਤਾਰਨ ਨੂੰ ਪੂਰਾ ਘਟਨਾਕ੍ਰਮ ਬਰੀਫ ਕਰਦਾ ਹੈ ਤੇ ਪੁਲਿਸ ਦੀ ਜਿਹੜੀ ਮੂਕ ਦਰਸ਼ਕ ਬਣ ਕੇ ਖੜੋਤੀ ਸੀ ਉਹ ਵੀ ਦੱਸਦਾ ਹੈ ਤੇ ਜੋ ਕੁਛ ਉੱਥੋਂ ਦੇ ਹਾਲਾਤ ਸੀ ਸਾਰੇ ਮੈਂ ਵੇਰਵੇ ਸਹਿਤ ਉਹਨਾਂ ਨੂੰ ਦੱਸ ਦਿੱਤੇ ਕਿ ਸਾਡੇ ਕਾਗਜ਼ ਦਾਖਲ ਕਰਾਓ, ਅਸੀਂ ਕਿਸੇ ਤਰ੍ਹਾਂ ਦਾ ਕੁਝ ਨਹੀਂ ਚਾਹੁੰਦੇ। ਸਾਡੇ ਤੁਸੀਂ 13 ਉਮੀਦਵਾਰ ਹੈ, 13 ਦੇ 13 ਉਮੀਦਵਾਰ ਲੈ ਜਾਓ, ਜਾ ਕੇ ਕਾਗਜ਼ ਦਾਖਲ ਕਰਵਾ ਦਿਓ ਤੇ ਸਾਡਾ ਹੋਰ ਕੋਈ ਮਕਸਦ ਨਹੀਂ ਗਾ। ਮੈਨੂੰ ਕਹਿੰਦੇ ਜੀ ਮੈਂ ਹੁਣੇ ਇੱਕ ਡੀਐਸਪੀ ਜਿਹੜਾ ਆ ਉਹ ਲੋਕਲ ਡੀਐਸਪੀ ਤੋਂ ਵੱਖਰਾ ਤਰਨਤਾਰਨ ਤੋਂ ਹੈੱਡਕੁਆਟਰ ਤੋਂ ਮੈਂ ਭੇਜ ਰਿਹਾ, ਤੁਸੀਂ ਉਹਨਾਂ ਨਾਲ ਸੰਪਰਕ ਕਰ ਲਿਆ ਜੇ ਤੇ ਬਾਕੀ ਮੈਂ ਸਿਚੁਏਸ਼ਨ ਜਿਹੜੀ ਹੈ ਕੰਟਰੋਲ ਕਰਦਾ। ਚਲੋ ਮੈਂ ਉਸ ਡੀਐਸਪੀ ਨਾਲ ਵੀ ਸੰਪਰਕ ਕੀਤਾ, ਉਹਨੇ ਮੈਨੂੰ ਕਿਹਾ ਜੀ ਕੋਈ ਨਹੀਂ, ਹੁਣੇ ਲਓ ਜੀ, ਹੁਣੇ ਲਓ।
ਇਹਦੇ ਦਰਮਿਆਨ ਭੀੜ ਹੋਰ ਵਧੀ ਗਈ ਹੈ, ਹੋਰ ਉਤਸ਼ਾਹ ਚ ਆਉਂਦੀ ਗਈ ਹੈ, ਹੋਰ ਲਲਕਾਰੇ ਮਾਰਨ ਲੱਗ ਪਈ ਹੈ ਅੱਗੇ ਨਾਲੋਂ ਵੀ। ਜਿਹੜੇ ਕਾਂਗਰਸੀ ਆਗੂ ਹੈ, ਜਿਹੜੇ ਗੁੰਡਾਗਰਦੀ ਤੇ ਕਾਂਗਰਸੀ ਆਗੂ ਲੀਡ ਕਰ ਰਹੇ ਸੀ, ਵੱਡੀ ਗਿਣਤੀ 'ਚ ਕਾਂਗਰਸੀ ਆਗੂ ਸੀ, ਨਾਲ ਉਹਨਾਂ ਦੇ ਜੋ ਮੰਡੀਰ ਜੋ ਬਦਮਾਸ਼ ਸਭ ਇਕੱਠੇ ਸੀ ਸੈਂਕੜਿਆਂ ਦੀ ਤਾਦਾਦ 'ਚ। ਤੇ ਫਿਰ ਕੀ ਹੁੰਦਾ ਆ ਕਿ ਮੈਂ ਡੀਐਸਪੀ ਲੋਕਲ ਨਾਲ ਸੰਪਰਕ ਕਰਦਾ, ਫੋਨ ਨਹੀਂ ਚੱਕਦਾ। ਉਹ ਫਿਰ ਕੀ ਕਰਦਾ ਕਿ ਕਿਸੇ ਹੋਰ ਦੇ ਮੋਬਾਈਲ ਤੋਂ ਮੈਨੂੰ WhatsApp ਕਾਲ ਕਰਦਾ, ਤੁਸੀਂ ਥੋੜਾ ਵੇਟ ਕਰੋ ਜੀ, ਕਰਦੇ ਆ ਜੀ, ਕਰਾਉਣੇ ਆ ਜੀ। ਮੈਂ ਕਿਹਾ ਚਲੋ ਠੀਕ ਹੈ ਜੀ। ਫਿਰ ਟਾਈਮ ਲੰਘਦਾ 2 ਵੱਜ ਗਏ ਤੇ ਮੈਂ ਕਿਹਾ ਇਹ ਤਾਂ ਟਾਈਮ ਨਹੀਂ ਰਹਿ ਗਿਆ, ਤੇ ਟਾਈਮ ਨਿਕਲ ਗਿਆ ਤੇ ਕੱਲ ਨੂੰ ਤੇ ਨਾ ਪਤਾ ਨਹੀਂ ਕੀ ਹੋਰ ਇਹ ਤੋਂ ਵੱਧ ਚੰਦ ਚੜਨਗੇ ਤੇ ਹੋਰ ਉਤਸ਼ਾਹ 'ਚ ਆ ਜਾਣਗੇ ਤੇ ਕਾਗਜ਼ ਜਿਹੜੇ ਅੱਜ ਦਾਖਲ ਹੋਣੇ ਜ਼ਰੂਰੀ ਹੈ। ਤੇ ਮੈਂ ਮਤਲਬ ਸੰਪਰਕ ਕਰਦਾ ਆ ਤੇ ਡੀਐਸਪੀ ਜਿਹੜਾ ਹੈ ਗੱਲ ਤੇ ਕਰਦਾ ਨਹੀਂ, ਇੱਕ ਬੰਦਾ ਮੇਰੇ ਕੋਲੇ ਭੇਜਦਾ, ਉਹ ਬੰਦਾ ਡੀਐਸਪੀ ਦੇ ਨਾਲ ਮੇਰੀ ਗੱਲ ਕਰਾਉਂਦਾ, ਮੇਰੇ ਫੋਨ ਤੇ ਗੱਲ ਕਰਕੇ ਵੀ ਡੀਐਸਪੀ ਰਾਜੀ ਨਹੀਂ, ਉਹ ਆਣ ਕੇ ਮੇਰੇ ਨਾਲ ਡੀਐਸਪੀ ਨਾਲ ਗੱਲ ਕਰਾਉਂਦਾ ਤੇ ਡੀਐਸਪੀ ਮੈਨੂੰ ਕੀ ਕਹਿੰਦਾ ਹੈ, ਨਾ ਕਰਾਓ ਜੀ ਕਾਗਜ਼ ਦਾਖਲ ਕਰਾ ਕੇ ਕੀ ਲੈਣਾ ਜੀ, ਇੱਥੇ ਤੇ ਝਗੜਾ ਹੋ ਜਾਊਗਾ ਜੀ, ਹੋ ਸਕਦਾ ਮੌਤਾਂ ਵੀ ਹੋ ਜਾਣ ਜੀ, ਤੇ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੈਗਾ ਜੀ, ਤੁਸੀਂ ਕਾਗਜ਼ ਦਾਖਲ ਨਾ ਕਰਾਓ, ਮੈਂ ਤੁਹਾਨੂੰ ਇਹ ਮੱਤ ਦੇ ਰਿਹਾ। ਮੈਨੂੰ ਮੱਤ ਦੇ ਰਿਹਾ ਡੀਐਸਪੀ, ਮਤਲਬ ਮੈਨੂੰ ਇਹ ਕਹਿਣ ਦੀ ਬਜਾਏ ਕਿ ਮੈਂ ਕੰਟਰੋਲ ਕਰਦਾ ਜੀ, ਮੈਨੂੰ 5-10 ਮਿੰਟ ਦਿਓ, ਮੈਂ ਤੁਹਾਡੇ ਕਾਗਜ਼ ਦਾਖਲ ਕਰਵਾਊਂਗਾ, ਮੈਨੂੰ ਡਰਾਉਣਾ ਸ਼ੁਰੂ ਕਰਤਾ। ਮੈਂ ਕਿਹਾ ਡਿਪਟੀ ਸਾਹਿਬ 100 ਸਾਲ ਪੁਰਾਣੀ ਪਾਰਟੀ ਆ, ਇਸ ਤਰ੍ਹਾਂ ਨਹੀਂ ਗੱਲਾਂ ਹੁੰਦੀਆਂ, ਕਾਗਜ਼ ਤੇ ਅਸੀਂ ਦਾਖਲ ਕਰਾਵਾਂਗੇ, 13.5 ਨਾ ਕਰਾਓ, ਅੱਜ 3.5-4 ਹੀ ਕਰਾ ਦਿਓ, ਇਹਨੇ ਨਾਲ ਹੋ ਜਾਏ ਕਿ ਸਾਡੀ ਰਹਿ ਆ ਜੇ, ਤੁਸੀਂ ਬੰਦੇ ਪ੍ਰੋਟੈਕਸ਼ਨ 'ਚ ਲੈ ਜਾਓ ਤੇ ਕਾਗਜ਼ ਦਾਖਲ ਕਰਾ ਦਿਓ। ਉਹ ਅੱਗੋਂ ਨਾ ਕਰੀ ਗਿਆ, ਮੈਂ ਜ਼ੋਰ ਦੇਈ ਗਿਆ ਤੇ ਮੈਨੂੰ ਕਹਿੰਦਾ ਜੀ ਤੁਸੀਂ 3-4 ਬੰਦੇ ਭੇਜ ਦਿਓ ਤੇ ਮੈਂ ਇਹਨਾਂ ਨੂੰ ਲੈ ਜਾਣਾ ਤੇ ਦਾਖਲ ਕਰਵਾ ਦੇਣਾ। ਅਸੀਂ ਉਹ 3-4 ਬੰਦੇ ਭੇਜਿਆ ਜੀ, ਕਿਉਂਕਿ ਬਾਕੀ ਜੱਦੀਆਂ ਤੇ ਲੇਡੀਜ਼ ਨੇ, 13 ਵਾਰਡਾਂ 'ਚੋਂ 7 ਲੇਡੀਜ਼ ਨੇ ਤੇ 6 ਬੰਦੇ ਰਹਿ ਗਏ ਸੀਗੇ, 6 'ਚੋਂ ਅਸੀਂ 3-4 ਉਮੀਦਵਾਰ ਭੇਜੇ ਤੇ ਉਹ ਅਜੇ ਨਿਕਲੇ ਹੀ ਆ, ਕਿਉਂਕਿ ਜਿਹੜੇ ਸਾਡੇ ਉਮੀਦਵਾਰ ਸੀ ਉਹ ਸਾਬਕਾ ਸਾਡੇ ਜਿਹੜੇ ਨਗਰ ਪੰਚਾਇਤ ਦੇ ਪ੍ਰਧਾਨ ਨੇ ਸਰਦਾਰ ਅਮਰਜੀਤ ਸਿੰਘ ਢਿੱਲੋਂ, ਜਿਹੜੇ ਹੁਣ ਫਿਰ ਮੌਜੂਦਾ ਸਮੇਂ ਜਿਹੜੀ ਚੋਣ ਆ ਉਹ 'ਚ 6 ਨੰਬਰ ਵਾਰਡ ਤੋਂ ਉਮੀਦਵਾਰ ਵੀ ਨੇ, ਉਹਨਾਂ ਦੇ ਘਰੇ ਇਕੱਠੇ ਹੋਏ ਸੀ, ਉੱਥੋਂ ਇਕੱਠੇ ਹੋ ਕੇ ਸਾਰੇ ਉਮੀਦਵਾਰ ਕਾਗਜ਼ ਦਾਖਲ ਕਰਨ ਲੱਗੇ ਤੇ ਸਾਹਮਣੇ ਨਗਰ ਪੰਚਾਇਤ ਦਾ ਦਫ਼ਤਰ ਸੀ ਥੋੜੀ ਦੂਰੀ ਤੇ, ਅਜੇ ਉੱਥੋਂ ਨਿਕਲ ਕੇ ਬਾਹਰ ਆਏ ਹੀ ਹੈ। ਅਗਲੇ ਬੰਨਿਓ ਜਿਹੜਾ ਦੇ ਲਲਕਾਰੇ ਤੇ ਲਲਕਾਰਾ, ਫੜ ਲਓ ਢਾਲੋ, ਧੀਆਂ ਭੈਣਾਂ ਦੀਆਂ ਜੋ ਗਾਲ ਕੱਢ ਸਕਦੇ ਸੀ, ਜਿਸ ਤਰ੍ਹਾਂ ਦਾ ਹਮਲਾ ਕਰ ਸਕਦੇ ਸੀ, ਉਹ ਮੇਰਾ ਕੱਲ ਤੁਸੀਂ ਵੀਡੀਓ 'ਚ ਦੇਖੀਆਂ ਹੋਣਗੀਆਂ। ਤੇ ਜੇ ਲੋੜ ਹੈ ਤੇ ਤੁਹਾਨੂੰ ਵੀਡੀਓ ਵੀ ਦਿਖਾ ਦਿੰਦੇ। ਦੇਖੋ ਵੀ ਮੈਨੂੰ ਲੱਗਦਾ ਕਿ ਉੱਥੇ ਭਾਵੇਂ ਹੈ ਤਾਂ ਉਹ ਆਪ ਦਾ ਕੈਂਡੀਡੇਟ, ਮਗਰ ਉਹ ਤੁਹਾਨੂੰ ਰੈਫਰੈਂਸ ਪੁਆਇੰਟ ਲਈ ਹੈ ਕਿ ਜੋ ਕੁਝ ਉਹਨਾਂ ਨਾਲ ਮਤਲਬ ਆਪੋਜੀਸ਼ਨ ਪਾਰਟੀ ਨਾਲ ਹਾਲਾਤ ਕੀ ਕਰ ਰਹੇ ਸੀ, ਉਹਦਾ ਕੋਈ ਵੀਡੀਓ ਦਿਖਾ ਦੇਣਾ ਕੰਪਿਊਟਰ ਦੇ ਲਈ। ਉਹਦਾ ਨਾਮ ਕੀ ਹੈ? ਰਣਬੀਰ ਸਿੰਘ, ਗੁਰਦੀਪ ਸਿੰਘ ਨਹੀਂ ਆਵਾਜ਼ ਨਹੀਂ ਹੈਗੀ, ਤੂੰ ਦਿਖਾ ਦੇ ਨਹੀਂ, ਉਹਦਾ ਦਿਖਾ ਵੀ ਦਿਓ ਨਾ ਉਹਦੀ ਫੋਟੋ, ਉਹਦੀ ਪੱਗ ਪੁੱਗ ਲਾਤੀ, ਵਿਚਾਰੇ ਨੂੰ ਚੰਗਾ ਕੁੱਟਿਆ ਸਾਹਮਣੇ, ਮਤਲਬ ਔਨ ਰਿਕਾਰਡ ਹੈ। ਤੇ ਪੁਲਿਸ ਤਾਂ ਵੀ ਮਤਲਬ ਕਿ ਨਾਮਜ਼ਦਗੀ ਵੇਲੇ ਜੇ ਪੁਲਿਸ ਪ੍ਰੋਟੈਕਸ਼ਨ ਨਹੀਂ ਦੇ ਸਕਦੀ ਤੇ ਲੋਕਤੰਤਰ ਕਿਹੜਾ ਬਾਜਣ, ਮਤਲਬ ਲੋਕਤੰਤਰ ਦੇ ਘਾਣ ਨੂੰ, ਲੋਕਤੰਤਰ ਦੇ ਮਰਡਰ ਆਫ ਡੈਮੋਕ੍ਰੇਸੀ 'ਚ ਤਾਂ ਪੁਲਿਸ ਆਪ ਸ਼ਾਮਿਲ ਹੋ ਗਈ। ਇਹਨਾਂ ਦਾ ਆਪ ਦਾ ਕੈਂਡੀਡੇਟ ਹੈ, ਕਿਉਂਕਿ ਇਹਦੀ ਵੀਡੀਓ ਆ ਗਈ ਆ, ਬਾਕੀ ਤਾਂ ਤੁਹਾਨੂੰ ਹੋਰ ਦਿਖਾਣੇ ਜਿਹੜੀ ਫਾਇਰਿੰਗ ਹੋਈ ਹੈ, ਇਹ ਮੈਟਰ ਆਫ ਰਿਕਾਰਡ ਹੈ ਕਿ ਉੱਥੇ ਸਾਰਿਆਂ ਨਾਲ ਕੀ ਕਰ ਰਹੇ ਆ। ਅੱਜ ਜੱਗਾ ਜਿਹੜਾ ਉਮੀਦਵਾਰ ਜੀ ਤੁਹਾਨੂੰ ਦਿਖਾਈ ਹੈ ਕਰਤੂਤ, ਤੇ ਨਾਲ ਯਾਦਵਿੰਦਰ ਜੀ ਦੀ ਦਿਖਾਈ ਹੈ, ਦੋਹਾਂ ਦੀ ਫੋਟੋ ਇਕੱਠੀ ਮੌਜੂਦਾ ਵਿਧਾਇਕ ਦੇ ਨਾਲ ਸੁਖਪਾਲ ਸਿੰਘ ਭੁੱਲਰ ਦੇ ਨਾਲ। ਇੱਕ ਆ ਉਮੀਦਵਾਰ ਹੈ ਦੀਪਕ ਦੀਪੂ, ਇਹ 9 ਨੰਬਰ ਵਾਰਡ ਤੋਂ ਉਮੀਦਵਾਰ ਹੈ, ਹੱਥ 'ਚ ਡਾਂਗ ਹੈ ਤੇ ਜੇਬ 'ਚ ਪਿਸਤੌਲ ਹੈ। ਆ ਤੁਸੀਂ ਸਭ ਮਤਲਬ ਇਹ ਨੋਮੀਨੇਸ਼ਨ ਫਾਈਲਿੰਗ ਵਾਲੇ ਦਿਨ ਉਹ ਪੁੱਛੇ ਪੁਲਿਸ ਨੂੰ ਕਿ ਤੁਸੀਂ ਤਾਂ ਅਸਲਾ ਜਮ੍ਹਾਂ ਕਰਾਇਆ,
ਤੇ ਜਿੱਥੇ ਕਾਗਜ਼ ਦਾਖਲ ਹੋ ਰਹੇ ਜੇ ਉੱਥੇ ਹਾਲ ਹੈ ਤੇ ਬਰਾਤ ਨੂੰ ਹਨੇਰੇ ਸਵੇਰੇ ਦਿਨ ਦਿਹਾੜੇ ਕੋਈ ਹਾਲਾਤ ਹੋਣ। ਵੈਸੇ ਤਾਂ ਇਹ ਪੁਲਿਸ ਦਾ ਕੰਮ ਹੁੰਦਾ ਕਿ ਕੋਈ ਇਨਵੈਸਟੀਗੇਟ ਐਂਡ ਸੱਚ ਸਾਹਮਣੇ ਲਿਆਉਣਾ। ਜਿਨ੍ਹਾਂ ਲੋਕਾਂ ਦੇ ਹੱਥ 'ਚ ਅਸਲੇ ਵਿਖਾ ਕੇ ਸਾਹਮਣੇ ਆ ਗਏ, ਸਾਰਾ ਕੁਝ ਸਾਹਮਣੇ ਹੈ ਤਾਂ ਕੋਈ ਕਾਰਵਾਈ ਨਹੀਂ ਹੋ ਰਹੀ, ਤੇ ਫਿਰ ਇਹ ਬਹੁਤ ਵੱਡਾ ਮਿਲੀ ਭੁਗਤ, ਕਾਂਗਰਸ ਦੀ ਬਕਲਾਹਟ, ਚੋਣਾਂ ਤੋਂ ਭੱਜਣ ਦਾ ਉਹ ਤਰੀਕਾ, ਡਰਾ ਧਮਕਾ ਕੇ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਨਾ ਹੋਵੇ, ਉਹ ਮਾਹੌਲ ਖੜਾ ਕੀਤਾ ਜਾ ਰਿਹਾ। ਤੇ ਉਸ ਭੂਮਿਕਾ 'ਚ ਪੁਲਿਸ ਦਾ ਰੋਲ ਕੋਈ ਚੰਗਾ ਨਹੀਂ ਆ। ਜੇ ਐਸਐਸਪੀ ਸਾਹਿਬ ਨੇ ਇਹਦੇ ਤੇ ਕੋਈ ਐਕਸ਼ਨ ਨਹੀਂ ਲਿਆ, ਫਿਰ ਅਸੀਂ ਉਹਨਾਂ ਨੂੰ ਵੀ ਹਾਈ ਕੋਰਟ ਉਹਨਾਂ ਦੇ ਖਿਲਾਫ ਵੀ ਰਿਟ ਪਾਵਾਂਗੇ, ਕਿਉਂਕਿ ਅਸੀਂ ਐਪਲੀਕੇਸ਼ਨ ਵੀ ਦਿੱਤੀ ਹੈ, ਪ੍ਰੂਫ ਵੀ ਦਿੱਤਾ। ਤੇ ਜੇ ਇਹ ਬੰਦੇ ਨਹੀਂ ਫੜੇ ਜਾਂਦੇ ਤੇ ਫਿਰ ਇਹ ਸਮਝਾਂਗੇ ਕਿ ਐਸਐਸਪੀ ਸਾਹਿਬ ਦੀ ਇਹਦੇ 'ਚ ਮਿਲੀ ਭੁਗਤ ਹੈ, ਸਾਡੇ ਕੋਲ ਹੋਰ ਕੋਈ ਚਾਰਾ ਨਹੀਂ, ਫਿਰ ਕੋਰਟ ਦੇ ਕੋਲ ਜਾ ਕੇ ਆਪਣੀ ਗੱਲ ਰੱਖਣ। ਕਿਉਂਕਿ ਲੋਕਤੰਤਰ ਨੂੰ ਬਚਾ ਕੇ ਰੱਖਣਾ, ਲੋਕਤੰਤਰ 'ਚ ਬਾਹਰ ਰੱਖਣਾ, ਇਹ ਵੀ ਸਾਡੀ ਆਪੋਜੀਸ਼ਨ ਪਾਰਟੀਆਂ ਦੀ ਜ਼ਿੰਮੇਵਾਰੀ। ਮੈਂ ਤੁਹਾਨੂੰ ਦੱਸ ਦਿੰਦਾ ਜੀ, ਕਾਗਜ਼ ਦਾਖਲ ਹੋਏ ਸਾਡੇ, ਕੱਲ੍ਹ ਕਾਗਜ਼ ਦਾਖਲ ਕਰਾਉਣੇ ਪਏ, ਉਹ ਵੀ ਇਲੈਕਸ਼ਨ ਕਮਿਸ਼ਨ ਵੱਲੋਂ ਇੰਟਰਵੀਨ ਕਰਨ ਤੇ। ਇਲੈਕਸ਼ਨ ਕਮਿਸ਼ਨ ਕੋਲੇ ਅਕਾਲੀ ਦਲ ਦੀ ਹਾਈ ਕਮਾਂਡ ਜਿਹੜੀ ਹੈ, ਪਰਸੋਂ ਹੀ ਇਹਨਾਂ ਇੰਸੀਡੈਂਟਾਂ ਤੋਂ, ਜਲਾਲਾਬਾਦ ਤੇ ਭਿੱਖੀਵਿੰਡ ਦੇ ਇੰਸੀਡੈਂਟ ਤੋਂ ਬਾਅਦ ਚੋਣ ਕਮਿਸ਼ਨ ਨੂੰ ਮਿਲਦੀ ਹੈ। ਚੋਣ ਕਮਿਸ਼ਨ ਵੱਲੋਂ ਦਖਲਅੰਦਾਜ਼ੀ ਦੇਣ ਤੇ, ਹਦਾਇਤਾਂ ਕਰਨ ਤੇ ਸਾਡੇ ਕੱਲ੍ਹ ਕਾਗਜ਼ ਦਾਖਲ ਕਰਾਉਣੇ ਪੈ ਗਏ। ਔਰ ਆਹ ਮੁੰਡਾ ਸਾਡਾ ਇੱਕ ਖਲੋਤਾ ਹੈ ਉਮੀਦਵਾਰ, ਇਹ ਕੁਦਰਤੀ ਇੱਥੇ ਆ ਗਿਆ ਸੀਗਾ, 12 ਨੰਬਰ ਵਾਰਡ ਤੋਂ ਹੈ, ਵਿਨੇ ਮਲਹੋਤਰਾ। ਇਹਦੇ ਉੱਤੇ ਇੰਨਾ ਜ਼ਿਆਦਾ ਕੱਲ੍ਹ ਦਾ ਦਬਾਅ ਕਾਂਗਰਸੀਆਂ ਨੇ ਪਾਇਆ ਹੋਇਆ ਕਿ ਕਾਗਜ਼ ਵਾਪਸ ਲੈਣ। ਇਹ ਕਹਿੰਦਾ ਮਰਨੀ ਮਰ ਜੂੰਗਾ, ਅਕਾਲੀ ਦਲ ਦੀ ਇੱਜ਼ਤ ਦੀ ਖਾਤਰ ਆਪਣਾ ਆਪ ਕੁਰਬਾਨ ਕਰ ਜੂੰਗਾ, ਪਰ ਕਾਗਜ਼ ਵਾਪਸ ਨਹੀਂ ਲਊਂਗਾ, ਇਲੈਕਸ਼ਨ ਲੜੂੰਗਾ। ਔਰ ਇਹਦੇ ਉੱਤੇ ਤੇ ਇਹਦੇ ਭਰਾ ਦੇ ਉੱਤੇ, ਇਹਦਾ ਨਾਲ ਭਰਾ ਆ, ਦੋਵਾਂ ਦੇ ਉੱਤੇ ਮੁਕੱਦਮਾ ਦਰਜ ਕੀਤਾ। ਦੋਨੋਂ ਬਾਈ ਨੇ 307 ਦੇ ਮੁਕੱਦਮੇ ਦੇ ਵਿੱਚ ਨਾਮਜ਼ਦ ਕੀਤਾ ਆ। ਆਹ ਤੁਸੀਂ ਦੇਖ ਲਓ, ਇਹੋ ਜਿਹੇ ਜਵਾਨ ਮੁੰਡੇ ਜਿਨ੍ਹਾਂ ਦੀਆਂ ਜ਼ਿੰਦਗੀਆਂ ਤਬਾਹ ਕਰਨ ਦਾ ਐਸਐਸਪੀ ਤਰਨਤਾਰਨ ਨੇ ਠੇਕਾ ਲਿਆ, ਇਹਨਾਂ ਗੁਨਾਹ ਕਰ ਲਿਆ। ਲੋਕਤੰਤਰ ਦੇ ਵਿੱਚ ਹਰ ਇੱਕ ਨੂੰ ਅਧਿਕਾਰ ਆ, ਹਰ ਇੱਕ ਦਾ ਹੱਕ ਬਣਦਾ ਕਿ ਉਹ ਚੋਣਾਂ ਲੜ ਸਕੇ। ਇਹਨਾਂ ਮੁੰਡਿਆਂ ਨੂੰ ਐਸਐਸਪੀ ਸਾਹਿਬ, ਇਹਨੇ ਜ਼ਿੰਦਗੀਆਂ ਤਬਾਹ ਕਰਨ ਦੇ ਤੁਸੀਂ ਆਏ ਜੇ। ਪਰ ਜੇ ਤੁਸੀਂ ਇਸ ਗੁਨਾਹ ਤੋਂ ਆਪਣੇ ਹੱਥ ਪੈਰ ਵਾਪਸ ਨਾ ਖਿੱਚੇ, ਹੱਥ ਵਾਪਸ ਨਾ ਖਿੱਚੇ, ਤੇ ਹਾਈ ਕੋਰਟ ਦੇ ਵਿੱਚ ਤੁਹਾਨੂੰ ਜਵਾਬ ਦੇਣਾ ਪਊ। ਬਿਲਕੁਲ, ਮੈਨੂੰ ਅੱਜ ਐਸਐਸਪੀ ਸਾਹਿਬ ਨੇ ਕਿਹਾ ਜੀ ਮੈਂ ਸਿੱਟ ਬਣਾ ਰਿਹਾ ਜੀ, ਤੇ ਜਿਹੜੇ ਵੀ ਦੋਸ਼ੀ ਨੇ ਮੈਂ ਉਹਨਾਂ ਵਿਰੁੱਧ, ਸਾਰਿਆਂ ਦੇ ਵਿਰੁੱਧ ਕਾਰਵਾਈ ਕਰੂੰਗਾ। ਕਾਗਜ਼ਾਂ ਦੀ ਪ੍ਰਕਿਰਿਆ ਦਾ ਸਪਸ਼ਟ ਸਾਹਮਣੇ ਆ ਗਿਆ। ਇਹ ਕੱਲ੍ਹ ਇਹਦੇ ਤੇ ਬਾਰੇ ਸ਼ਾਮ ਤੱਕ ਫੈਸਲਾ ਲੈ ਕੇ ਫਿਰ ਐਸਐਸਪੀ ਦੇ ਖਿਲਾਫ ਧਰਨਾ ਦੇਣਾ। ਜੇ ਐਸਐਸਪੀ ਨੇ ਇਨਸਾਫ ਨਹੀਂ ਦੇਣਾ, ਸਾਹਮਣੇ ਉਹਨਾਂ ਨੇ ਅਸਲੇ ਜਮ੍ਹਾਂ ਨਹੀਂ ਕਰਵਾਉਣੇ, ਤੇ ਇਹ ਤਾਂ ਫਿਰ ਸਿੱਧੀ ਐਸਐਸਪੀ ਦੀ ਕਮੀ ਪੇਸ਼ੀ ਆ, ਉਹਦੀ ਕਾਰਗੁਜ਼ਾਰੀ ਦੀ ਕਮੀ ਪੇਸ਼ੀ ਆ, ਉਹਨਾਂ ਦੀ ਇਨਕੰਪੀਟੈਂਸ ਤੇ ਮਿਲੀ ਭੁਗਤ ਹੈ। ਉਹਨੇ ਸਭ ਤੋਂ ਵੱਡੀ ਗੱਲ ਤੁਸੀਂ ਦੇਖ ਲਓ, ਜਿਹੜਾ ਬਦਮਾਸ਼ ਹੈ ਮੇਨ 17 ਡਵੀਰੀ, ਜਿਹੜਾ 6 ਨੰਬਰ ਵਾਰਡ ਤੋਂ ਉਮੀਦਵਾਰ ਹੈ, ਉਹ ਅੱਜ ਵੀ ਨਗਰ ਪੰਚਾਇਤ ਦੇ ਦਫ਼ਤਰ 'ਚ ਪੁਲਿਸ ਕੋਲ ਤੁਰਿਆ ਫਿਰਦਾ। ਬਦਮਾਸ਼ੀ ਕਰਨ ਤੋਂ ਬਾਅਦ ਐਸਐਸਪੀ ਨੂੰ ਪਤਾ ਆ, ਡੀਐਸਪੀ ਨੂੰ ਪਤਾ ਆ, ਐਸਐਚਓ ਨੂੰ ਪਤਾ, ਸਾਰੀ ਪੁਲਿਸ ਨੂੰ ਪਤਾ ਆ, ਜਿਨ੍ਹਾਂ ਦੇ ਸਾਹਮਣੇ ਕੀਤੀ ਹੈ, ਜਿਨ੍ਹਾਂ ਦੇ ਸਰਪ੍ਰਸਤੀ 'ਚ ਬਦਮਾਸ਼ੀ ਕੀਤੀ ਹੈ, ਅੱਜ ਵੀ ਉੱਥੇ ਤੁਰਿਆ ਫਿਰਦਾ। ਸਾਡੇ ਵਾਲਿਆਂ ਨੂੰ ਘਰੋਂ ਭਜਾਇਆ ਹੈ। ਰਿਕਾਰਡਿੰਗ, ਡੇਟ, ਟਾਈਮ, ਮਿੰਟ, ਸੈਕਿੰਡ ਸਭ ਦੇਤਾ। ਬਾਕੀ ਡਰਨ ਵਾਲੇ ਨਹੀਂ, ਘਬਰਾਉਣ ਵਾਲੇ ਨਹੀਂ। ਆ ਵੇਖੋ ਮੁੰਡੇ ਘਰ ਦੇ 2-2 ਜੀ ਨਾਮਜ਼ਦ ਕਰ ਦਿੱਤੇ, ਵਿਚਾਰੇ 307 ਵਪਾਰੀ ਬੰਦੇ ਨੇ, ਤੇ ਉਹ ਕਹਿੰਦੇ ਅਕਾਲੀ ਦਲ ਦੀ ਖਾਤਰ ਆਪਦਾ ਫਰਜ਼ ਸਮਝਦੇ ਹੋਇਆ ਜੋ ਕੁਛ ਵੀ ਝੱਲਣਾ ਪਊ ਝੱਲਾਂਗੇ, ਪਰ ਵਾਪਸ ਨਹੀਂ ਹੋਵਾਂਗੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ ਸਿਰਫ ਪੰਜਾਬ ਵਾਇਰ ਨਿਊਜ਼ ਦੇ ਨਾਲ।